ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਨ ਮਾਜਰਾ ਅਤੇ ਜਲਾ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦਾ ਮਾਮਲਾ ਗਰਮਾਉਂਦਾ ਹੀ ਦਿਖਾਈ ਦੇ ਰਿਹਾ ਹੈ। ਬੀਤੇ ਦਿਨੀ ਸਰਬੱਤ ਖਾਲਸਾ ਰਾਹੀਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਪਹੁੰਚੇ ਤੇ ਵਾਪਰੀ ਘਟਨਾ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਹ ਤੀਸਰੀ ਘਟਨਾ ਹੈ। ਹਾਲ ਹੀ ਵਿੱਚ ਵਾਪਰੀਆਂ ਦੋ ਤਾਜ਼ਾ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਕੌਮ ਦੇ ਹਿਰਦੇ ਵਲੂੰਗਰ ਕੇ ਰੱਖ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ਤੇ ਫੜੇ ਜਾਣ ਨਾਲ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੱਚ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ ਕਿ ਕੌਣ ਇਹਨਾਂ ਬੇਅਦਬੀਆਂ ਕਰਵਾਉਣ ਦੇ ਪਿੱਛੇ ਹਨ ਤੇ ਕਿਹੜੀਆਂ ਏਜੰਸੀਆਂ ਇਹ ਕੰਮ ਕਰਵਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਉਸ ਧਰਤੀ ਦੇ ਉੱਤੇ ਇੱਕ ਖੇਡ ਬਣ ਗਈ ਹੈ, ਜਿਹੜੀ ਧਰਤੀ ਦਾ ਚੱਪਾ ਚੱਪਾ ਕੁਰਬਾਨੀਆਂ ਦੇ ਨਾਲ ਭਰਿਆ ਪਿਆ। ਚੱਪੇ ਚੱਪੇ ਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਔਰ ਇਹ ਬੇਅਦਬੀ ਲਗਾਤਾਰ ਜਿਹੜੀ ਹੋ ਰਹੀ ਹੈ, ਇਹ ਆਮ ਗੱਲ ਨਹੀਂ ਹੈ। ਜਦੋਂ ਕੋਈ ਕਿਸੇ ਸਟੇਟ ਦੇ ਵਿੱਚ ਜਾਂ ਦੇਸ਼ ਦੇ ਵਿੱਚ ਲੋਕ ਇਕੱਠੇ ਹੋ ਕੇ ਆਪਣੀ ਡਿਮਾਂਡ ਕਰਦੇ ਨੇ, ਮੰਗ ਕਰਦੇ ਨੇ, ਭਾਵੇਂ ਉਹ ਕਿਸਾਨ ਹੋਣ, ਭਾਵੇਂ ਕੋਈ ਜਥੇਬੰਦੀਆਂ ਹੋਣ, ਭਾਵੇਂ ਉਹ ਸਰਸੇ ਵਾਲਾ ਬਾਬੇ ਦੇ ਚੇਲੇ ਹੋਣ ਤੇ ਉਹ ਰੇਲਾਂ ਰੋਕਦੇ ਹੋਣ, ਇਹ ਬੇਅਦਬੀ ਉਦੋਂ ਹੁੰਦੀ ਹੈ। ਇਹ ਕੋਈ ਪਾਗਲ ਬੰਦਾ ਜਾਂ ਕੋਈ ਮੰਦਬੁੱਧੀ ਬੰਦਾ, ਜਿੰਨੀਆਂ ਵੀ ਹੁਣ ਤੱਕ ਬੇਅਦਬੀਆਂ ਹੋਈਆਂ ਨੇ, ਜਿਹੜਾ ਪੁਲਿਸ ਵੀ ਇਹ ਲਾ ਕੇ ਵੀ ਇਹ ਕਮਲਾ ਸੀ, ਇਹਨੂੰ ਪਤਾ ਨਹੀਂ ਸੀ, ਇਸ ਤਰ੍ਹਾਂ ਕਰਕੇ ਅੱਜ ਤੱਕ ਜਿੰਨੇ ਵੀ ਕੇਸ ਹੋਏ ਨੇ 295 ਇਹ ਲਾਤੀ, ਉੱਥੇ 10 ਦਿਨਾਂ ਬਾਅਦ ਜ਼ਮਾਨਤ ਹੋ ਗਈ, ਉਹ ਫੇਰ ਘਰੇ ਆ ਗਿਆ। ਬਰਗਾੜੀ ਤੋਂ ਲੈ ਕੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਹ ਆਮ ਗੱਲ ਨਹੀਂ ਸੀ। ਇਹ ਕਿਸੇ ਕਮਲੇ ਨੇ, ਕਿਸੇ ਮੰਦਬੁੱਧੀ ਨੇ, ਕਿਸੇ ਗਰੀਬ ਨੇ ਨਹੀਂ ਕੀਤੀ। ਇਹ ਜਿਹੜੀ ਬੇਅਦਬੀ ਆ, ਇਹ ਜਾਣ ਬੁੱਝ ਕੇ ਕਰਵਾਈ ਗਈ ਹੈ। ਸਾਹਿਬਜ਼ਾਦਿਆਂ ਦੀ ਪਵਿੱਤਰ ਧਰਤੀ ਆ। ਹੁਣ ਇੱਥੇ 3 ਜਗ੍ਹਾ ਬੇਅਦਬੀ ਹੋ ਗਈ ਹੈ। ਬੇਅਦਬੀ ਉਦੋਂ ਹੋਈ ਆ ਜਦੋਂ ਸਾਰੀਆਂ ਰੇਲਾਂ ਜਾਮ ਨੇ, ਸਾਰੇ ਰੋਡ ਜਾਮ ਨੇ, ਹਰ ਥਾਂ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਮੋਰਚੇ ਲਾ ਕੇ ਬੈਠੇ ਨੇ, ਸੈਂਟਰ ਨੂੰ ਵਕਤ ਪਿਆ ਹੋਇਆ ਹੈ। ਤੇ ਅੱਜ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਹ ਜਿਹੜੀ ਫਟਾਫਟ ਜਿਹੜੀ ਬੇਅਦਬੀ ਹੋਈ ਹੈ ਨਾ, ਇਹ ਮੈਂ ਸਮਝਦਾ ਹਾਂ ਕਿ ਇਹ ਏਜੰਸੀਆਂ ਦਾ ਕੰਮ ਆ। ਇਹ ਏਜੰਸੀਆਂ ਦਾ ਕੰਮ ਆ, ਇਹ ਏਜੰਸੀਆਂ ਨੇ ਕਰਵਾਈ ਹੈ। ਤੇ ਇਹ ਸਾਡਾ ਜਿਹੜੇ ਕਿਸਾਨ ਆਪਣੀ ਜ਼ਮੀਨ ਵਾਸਤੇ, ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ, ਆਪਣੀ ਹੋਂਦ ਨੂੰ ਬਚਾਉਣ ਵਾਸਤੇ ਅੱਜ ਸੜਕਾਂ ਦੇ ਉੱਤੇ ਦਿਨ ਰਾਤ ਬੈਠਾ ਹੋਇਆ ਹੈ, ਉਹਨੂੰ ਪਿੱਛੇ ਹਟਾਉਣ ਵਾਸਤੇ ਇਹ ਸਾਰਾ ਕੁਝ ਹੋਇਆ। ਦੇਖੋ, ਮੇਰੀ ਐਸਐਸਪੀ ਸਾਹਿਬ ਨਾਲ ਵੀ ਇੱਥੇ ਗੱਲ ਹੋਈ ਸੀ ਤੇ ਡੀਸੀ ਸਾਹਿਬ ਨਾਲ ਵੀ ਮੇਰੀ ਕੱਲ੍ਹ ਗੱਲ ਹੋਈ ਸੀ। ਜਿਵੇਂ ਉਹਨਾਂ ਨੇ ਕਿਹਾ, ਅਸੀਂ ਇਨਸਾਫ ਕਰਾਂਗੇ, ਅਸੀਂ ਕਿਸੇ ਦਬਾਅ ਦੇ ਥੱਲੇ ਨਹੀਂ, ਪਰ ਮੈਂ ਸਮਝਦਾ ਹਾਂ ਕਿ ਜਿਹੜੀ ਉਹ ਗੱਲ ਕਰ ਰਹੇ ਨੇ ਉਹਨਾਂ ਦੇ ਵੱਸ ਦੀ ਗੱਲ ਹੈ ਨਹੀਂ। ਅਗਰ ਉਹ ਇੱਕ ਅੱਧੇ ਦਿਨ ਦੇ ਵਿੱਚ ਇਹ ਸਾਨੂੰ ਪਤਾ ਕਰਕੇ ਦੱਸ ਦਿੰਦੇ ਆ ਕਿ ਗੱਲ ਚੱਲੀ ਕਿੱਥੋਂ ਆ,
ਕਿਉਂਕਿ ਇਸ ਬੰਦੇ ਦਾ ਜਿਹਨੇ ਬੇਅਦਬੀ ਕੀਤੀ ਆ ਦੋ ਥਾਵਾਂ ਤੇ ਫਟਾਫਟ ਕਰਕੇ ਹੈ ਨਾ, ਅਜੇ ਪਤਾ ਨਹੀਂ ਜੇ ਨਾ ਇੱਥੇ ਫੜਿਆ ਜਾਂਦਾ ਕਿਤੇ ਹੋਰ ਦੋ ਚਾਰਾਂ ਥਾਵਾਂ ਤੇ ਕਰਦਾ। ਜਿਸ ਤੇਜ਼ੀ ਦੇ ਨਾਲ ਉਹ ਤੁਰ ਰਿਹਾ ਸੀ, ਉਸ ਦੇ ਪਿੰਡ ਦਾ ਸਰਪੰਚ ਇਹ ਗੱਲ ਕਹਿ ਰਿਹਾ ਕਿ ਇਹ ਕਮਲਾ ਮੰਦਬੁੱਧੀ ਬੰਦਾ ਨਹੀਂ ਹੈ। ਇਹ ਇੱਕ ਬਹੁਤ ਵੱਡਾ ਸਬੂਤ ਆ। ਤੇ ਫਿਰ ਇਹ ਕਰਵਾਈ ਕਿੰਨੇ ਹੈ ਤੇ ਕਿਉਂ ਕਰਵਾਈ ਹੈ, ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ। ਇਹ ਨਹੀਂ ਹੈਗਾ ਉਹਨੂੰ ਫੜ ਲਿਆ ਤੇ ਕੇਸ ਪਾ ਕੇ ਤੇ ਆਪਾਂ ਨੂੰ ਅੰਦਰ ਭੇਜਤਾ, 2 ਮਹੀਨਿਆਂ ਨੂੰ ਫਿਰ ਬਾਹਰ ਆ ਜਾਵੇ। ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਇਹਦੇ ਨਾਲ ਸਾਡੀ ਕੌਮ ਦੀ, ਪੰਥ ਦੀ ਕੋਈ ਸੰਤੁਸ਼ਟੀ ਨਹੀਂ ਹੈ। ਸਾਨੂੰ ਤਾਂ ਇਹਦੀ ਤਹਿ ਤੱਕ ਦੱਸੋ ਕਿ ਇਹਦੇ ਪਿੱਛੇ ਕੌਣ ਆ, ਇੰਨੀ ਜਲਦੀ ਇਹ ਬੇਅਦਬੀ ਕਿਉਂ ਕਰਵਾਈ ਹੈ, ਕਿਹੜੀ ਏਜੰਸੀ ਨੇ ਕਿਹਾ? ਵੱਡੀ ਗੱਲ ਹੈ ਜੀ, ਸੇਮ ਡੇਟ ਹੋਈ ਹੈ ਜੀ। ਹਾਂਜੀ, ਸੇਮ ਡੇਟ 'ਚ ਹੋਈ ਹੈ। ਸੇਮ ਡੇਟ। ਹਾਂ, ਅਗਰ ਇੱਥੇ ਮੌਕੇ ਤੇ ਨਾ ਫੜਿਆ ਜਾਂਦਾ, ਪਿੱਛੇ ਗੁਰਦੁਆਰੇ 'ਚ ਪਹਿਲਾਂ ਕਰਕੇ ਆਇਆ ਸੀ, ਉਹਦਾ ਅਜੇ ਪਤਾ ਨਹੀਂ ਸੀ, ਉਹਦਾ ਬਾਅਦ ਵਿੱਚ ਲੱਗਦਾ। ਅਜੇ ਪਤਾ ਨਹੀਂ ਉਹਨੇ ਇੱਕੇ ਸਾਏ ਕਿੰਨੇ ਪਿੰਡਾਂ ਦੇ ਵਿੱਚ ਹੋਰ ਕਰਨੀ ਸੀ। ਹਾਂ, ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਦੇਖੋ, ਮੈਂ ਇੱਥੇ ਆਇਆ ਤੇ ਮੈਨੂੰ ਸਾਰੀ ਸੰਗਤ ਨੇ ਇਹ ਗੱਲ ਕਹੀ ਹੈ ਕਿ ਪੁਲਿਸ ਨੇ ਸੁਹਿਰਦਤਾ ਵਿਖਾਈ ਆ, ਡੀਸੀ ਸਾਹਿਬ ਨੇ ਸੁਹਿਰਦਤਾ ਵਿਖਾਈ ਆ, ਐਸਐਸਪੀ ਸਾਹਿਬ ਨੇ ਸੁਹਿਰਦਤਾ ਵਿਖਾਈ ਆ, ਪਰ ਗੱਲ ਇੱਥੇ ਨਹੀਂ ਰੁਕਣੀ। ਬਹੁਤ ਸਾਰੇ, ਘੱਟੋ ਘੱਟ 300 ਦੇ ਕਰੀਬ ਜਗ੍ਹਾ ਦੇ ਉੱਤੇ ਬੇਅਦਬੀ ਹੋ ਗਈ ਹੈ ਤੇ 300 ਜਿੱਥੇ ਵੀ ਬੇਅਦਬੀ ਹੋਈ ਆ, ਅੱਜ ਤੱਕ ਇੱਕ ਵੀ ਥਾਂ ਦੇ ਉੱਤੇ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਬੇਅਦਬੀ ਤੇ ਕਰਾਉਣ ਦੇ ਪਿੱਛੇ ਹੈ ਕੀ ਚੀਜ਼। ਸਾਨੂੰ ਉਹ ਚਾਹੀਦੀ। ਦੇਖੋ, ਮੈਂ ਤਾਂ ਕਹਿੰਦਾ ਵੀ ਸਿੱਖਾਂ ਦਾ ਜਿਹੜਾ ਹੋਸ਼ ਆ ਉਹ ਜੋਸ਼ ਨਾਲ ਵੱਧ ਕੰਮ ਕਰਦੀ ਹੈ। ਜਿਵੇਂ ਉਹਨੂੰ ਫੜ ਲਿਆ ਸੀ, ਉਹਨੂੰ ਮਾਰ ਵੀ ਸਕਦੇ ਸੀ, ਇੱਥੇ ਮਾਰ ਸਕਦੇ ਹੈ ਨਾ। ਜੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਫਿਰ ਇਨਸਾਫ ਤਾਂ ਜ਼ਰੂਰੀ ਹੈ, ਇਨਸਾਫ ਤਾਂ ਚਾਹੀਦਾ ਹੈ। 1-2 ਦਿਨਾਂ ਵਿੱਚ ਸਾਨੂੰ ਤੁਸੀਂ ਦੱਸੋ ਵੀ ਇਹਨੂੰ ਕਿੰਨੇ ਤਿਆਰ ਕਿੰਨੇ ਕੀਤਾ ਹੈ। ਇਹ ਧਰਨਿਆਂ 'ਤੇ ਵੀ ਜਾਂਦਾ ਹੈ, ਇਹ ਸ਼ੰਭੂ ਵੀ ਜਾ ਕੇ ਬੈਠਦਾ, ਕਈਆਂ ਧਰਨਿਆਂ ਦੇ ਉੱਤੇ ਜਾ ਕੇ ਆਇਆ, ਜਿਹੜੀ ਮੇਰੇ ਕੋਲ ਰਿਪੋਰਟ ਆ। ਇਹ ਸਾਰਾ ਕੀ ਇਹ ਪਹਿਲਾਂ CID ਲੈਂਦਾ ਰਿਹਾ, ਹਾਲਾਤ ਵੇਖਦਾ ਰਿਹਾ ਤੇ ਫਿਰ ਇੱਕਦਮ ਜਦੋਂ ਉਧਰ ਪ੍ਰੈਸ਼ਰ ਜ਼ਿਆਦਾ ਵਧਿਆ ਤੇ ਇਹਨੂੰ ਇੱਧਰ ਤੋਰਿਆ ਗਿਆ। ਇਹਦੇ ਪਿੱਛੇ ਤਾਂ ਕੋਈ ਗੱਲ ਆ। ਫਤਿਹਗੜ੍ਹ ਸਾਹਿਬ ਦਾ ਪ੍ਰਸ਼ਾਸਨ ਆ, ਮੰਨ ਲੈਂਦੇ ਹਾਂ ਕਿ ਇਨਸਾਫ ਦੇਣਾ ਚਾਹੁੰਦਾ, ਪਰ ਇਹਦੇ ਉੱਤੇ ਸਰਕਾਰ ਬੈਠੀ ਹੈ। ਜੋ ਸਰਕਾਰ ਦਾ ਹੁਕਮ ਹੋਊਗਾ ਪ੍ਰਸ਼ਾਸਨ ਨੇ ਉਹ ਕਰਨਾ ਹੈ। ਸਰਕਾਰ ਦੇ ਉੱਤੇ ਦਿੱਲੀ ਦੀ ਸਰਕਾਰ ਬੈਠੀ ਹੈ। ਦਿੱਲੀ ਸਰਕਾਰ ਨੂੰ ਚਲਾਉਣ ਵਾਸਤੇ ਏਜੰਸੀਆਂ ਬੈਠੀਆਂ ਜਿਹੜੀਆਂ ਦੇਸ਼ ਨੂੰ ਚਲਾਉਂਦੀਆਂ। ਇਹ ਮੈਂ ਵਾਰੀ-ਵਾਰੀ ਇਹ ਗੱਲ ਦੁਹਰਾ ਰਿਹਾ ਹਾਂ ਕਿ ਇਹ ਏਜੰਸੀਆਂ ਨੇ ਕੰਮ ਕਰਾਇਆ। ਪਰ ਇੱਕ ਗੱਲ ਇੱਥੇ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹਦੇ ਵਿੱਚ ਜਿਹੜੀ ਬਾਣੀ ਲਿਖੀ ਹੈ ਸਰਬੱਤ ਦਾ ਭਲਾ ਮੰਗਦੀ ਹੈ। ਤੇ ਜਿੱਥੇ ਵੀ ਸਿੱਖਾਂ ਦੀ ਲੋੜ ਪਈ, ਸਿੱਖਾਂ ਨੇ ਉੱਥੇ ਜਾ ਕੇ ਆਪਣੇ ਸਿਰ ਵੀ ਦਿੱਤੇ ਆ। ਭਾਵੇਂ ਉਹ ਦੇਸ਼ ਲਈ ਲੜੇ ਨੇ, ਭਾਵੇਂ ਉਹ ਕਿਸੇ ਕੌਮ ਲਈ ਲੜੇ ਨੇ, ਇਹਨਾਂ ਨੇ ਸਿਰ ਦਿੱਤੇ ਨੇ। ਤੇ ਫਿਰ ਕੀ ਗੱਲ ਹੈ, ਅੱਜ ਕੋਈ ਮੰਦਰ ਕਿਉਂ ਨਹੀਂ ਟਾਰਗੇਟ ਬਣ ਰਿਹਾ, ਕੋਈ ਮਸਜਿਦ ਕਿਉਂ ਨਹੀਂ ਬਣ ਰਹੀ, ਗੁਰੂ ਘਰ ਕਿਉਂ ਬਣ ਰਿਹਾ? ਇਹ ਬੜੇ ਸਵਾਲ ਪੈਦਾ ਹੁੰਦੇ ਨੇ। ਇਸ ਕਰਕੇ ਜਿਹੜੀ ਮੌਕੇ 'ਤੇ ਕਾਰਵਾਈ ਹੋ ਗਈ, ਉਹ ਜੋ ਵੀ ਹੋ ਗਈ ਹੈ, ਪਰ ਉਹਦੇ ਨਾਲ ਸਾਡੀ ਕੋਈ ਸੰਤੁਸ਼ਟੀ ਨਹੀਂ। ਜੇ DC ਤੇ SSP ਇੱਥੋਂ ਦੇ, ਜਿਨ੍ਹਾਂ ਕੋਲ ਦੋਵਾਂ ਦੇ ਕੋਲ ਬਹੁਤ ਵੱਡੀਆਂ ਕੁਰਸੀਆਂ ਨੇ, ਜੇ ਉਹ ਬਗੈਰ ਕਿਸੇ ਦਬਾਅ ਦੇ ਤੇ ਗੁਰੂ ਦਾ ਡਰ ਭੈ ਰੱਖ ਕੇ, ਕਿਉਂਕਿ ਸ਼ਹੀਦਾਂ ਦੀ ਬੜੀ ਪਵਿੱਤਰ ਧਰਤੀ ਦੇ ਉੱਤੇ ਦੋਵੇਂ ਬੈਠੇ ਨੇ। ਇਹ ਇੱਥੇ ਬਹੁਤ ਵੱਡੀ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰ ਕੌਰ ਦੀ ਇੱਥੇ ਬਹੁਤ ਵੱਡੀ ਸ਼ਹਾਦਤ ਆ ਤੇ ਅੱਗੇ ਜੋੜ ਮੇਲਾ ਵੀ ਹੋਣ ਵਾਲਾ। ਤੇ ਉਸ ਸਮੇਂ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ, ਜਾਂ ਤੇ ਫਿਰ ਆਪਣੀ ਕੁਰਸੀ ਬਚਾਉਣ ਤੇ ਜਾਂ ਇਨਸਾਫ ਕਰਨ, ਤੇ ਜਾਂ ਫਿਰ ਇਨਸਾਫ ਕਰਨ। ਦੋਸ਼ੀ ਦੀ ਗੱਡੀ ਵਿੱਚੋਂ ਰਾਧਾ ਸਵਾਮੀ ਦੀ ਫੋਟੋ ਨਿਕਲੀ ਹੈ ਤੇ ਉਹਦੇ ਸਰਪੰਚ ਦਾ ਕਹਿਣਾ ਕਿ ਇਹ ਡੇਰਾ ਬਿਆਸ ਨਾਲ ਸੰਬੰਧ ਰੱਖਦੇ ਨੇ ਸਾਰਾ ਪਰਿਵਾਰ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਨਹੀਂ, ਦੇਖੋ, ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਆਪਣੇ ਬੰਦੇ ਕਿਤਿਓਂ ਵੀ ਪੈਦਾ ਕਰਦੀਆਂ। ਆਪਾਂ ਇਹਦੇ ਮਗਰ ਇਹ ਨਹੀਂ ਕਹਿ ਸਕਦੇ ਵੀ ਉਹਦੇ ਮਗਰ ਫਲਾਨਾ ਹੋਊਗਾ।
ਜਿਹਦਾ ਹੱਥ ਸੀ ਉਹ ਸਾਹਮਣੇ ਆ ਗਿਆ। ਸਰਸੇ ਵਾਲੇ ਦਾ ਹੱਥ ਸੀ, ਸਰਸੇ ਵਾਲੇ ਨੂੰ ਏਜੰਸੀਆਂ ਨੇ ਵਰਤਿਆ, ਸਰਸੇ ਵਾਲੇ ਨੇ ਕੰਮ ਕੀਤਾ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼ੁਰੂਆਤ ਕਰਦਾ। ਉਹ ਜਿਹੜੀ ਦੌੜ ਲੱਗੀ ਅੱਜ ਤੱਕ ਜਾਰੀ ਹੈ। ਦੂਜੇ ਪਾਸੇ ਮੈਂ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ, ਅੱਗੇ ਵੀ ਅਸੀਂ 1-2 ਵਾਰ ਬੇਨਤੀ ਕੀਤੀ ਹੈ ਕਿ ਉਹ ਪੂਰੀ ਪਹਿਰੇਦਾਰੀ ਗੁਰਦੁਆਰਾ ਸਾਹਿਬ ਦੀ ਕਰਨ, ਥੋੜ੍ਹਾ ਜਿਹਾ ਖਿਆਲ ਰੱਖਣ। ਇੱਥੇ ਜੋ ਹੋਇਆ, ਇਹ ਜਿਹੜਾ ਗ੍ਰੰਥੀ ਸਿੰਘ ਆ ਜਾਂ ਉਹਨਾਂ ਦਾ ਜਿਹੜਾ ਬੇਟਾ, ਜਿਹੜੀ ਉਹਨਾਂ ਨੇ ਬਹਾਦਰੀ ਵਿਖਾਈ ਹੈ, ਉਹ ਇੱਕ ਬਹੁਤ ਵੱਡੀ ਚੀਜ਼ ਹੈ। ਅਗਰ ਉਹ ਥੋੜ੍ਹੀ ਜਿਹੀ ਵੀ ਕਤਾਈ ਕਰਦੇ, ਗੱਡੀ ਸਟਾਰਟ ਸੀ, ਉਹਨੇ ਭੱਜ ਜਾਣਾ ਸੀ, ਫਿਰ ਸਾਨੂੰ ਇਹ ਬੰਦਾ ਨਹੀਂ ਸੀ ਮਿਲਣਾ। ਮੈਂ ਸਮਝਦਾ ਉਹਨਾਂ ਨੇ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾ ਕੇ, ਹੋ ਸਕਦਾ ਉਹਦੇ ਕੋਲ ਕੋਈ ਹਥਿਆਰ ਹੁੰਦਾ ਜਾਂ ਕੁਛ ਹੁੰਦਾ, ਉਹਨਾਂ ਨੇ ਉਹ ਸਾਰਾ ਕੁਝ ਕੀਤਾ ਹੈ। ਉਹਨਾਂ ਨੇ ਚੰਗਾ ਕੰਮ ਕੀਤਾ, ਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਜਿਹੜਾ ਸਾਰਾ ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਦੀ ਦੇਖ ਰੇਖ ਕਰਨੀ ਹੈ। ਇਹ ਪੰਜਾਬ ਪੁਲਿਸ ਦਾ, ਪੰਜਾਬ ਸਰਕਾਰ ਦਾ ਕੰਮ ਆ। ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿੰਦੇ ਵੀ ਤੁਸੀਂ ਕੋਈ ਕਾਰਵਾਈ ਕਰੋ, ਅਸੀਂ ਹੋਰ ਕਿਸੇ ਨੂੰ ਨਹੀਂ ਕਹਿੰਦੇ, ਕਿਉਂਕਿ ਇਹ ਰਲੇ ਹੋਏ ਨੇ ਇਸ ਮਸਲੇ ਦੇ ਵਿੱਚ। ਇਹਨਾਂ ਨੇ ਅੱਜ ਤੱਕ ਕੁਝ ਕੀਤਾ ਨਹੀਂ ਤੇ ਨਾ ਇਹਨਾਂ ਨੇ ਕੁਝ ਕਰਨਾ। ਸੋ ਇਸ ਕਰਕੇ ਜੇ ਕੋਈ ਅਫਸਰ ਮਿਹਰਬਾਨ ਹੋ ਜਾਵੇ ਤੇ ਉਹਨੂੰ ਗੁਰੂ ਦਾ ਡਰ ਪਏ ਹੋਵੇ, ਤੇ ਮੇਰਾ ਖਿਆਲ ਹੈ ਵੀ ਉਹ ਸਹੀ ਗੱਲ ਜਿਹੜੀ ਉਹ ਸਾਨੂੰ ਦੱਸ ਸਕਦਾ। ਅੱਜ ਸਾਨੂੰ ਲੋੜ ਹੈ ਕਿ ਇਹ ਬੇਅਦਬੀ ਹੋਈ ਕਿਉਂ, ਇਹਦੀ ਮਜਬੂਰੀ ਕਿਉਂ ਬਣੀ, ਇੰਨੀ ਕਾਹਲੀ ਨਾਲ ਇਹ ਬੇਅਦਬੀ ਕਰਨ ਵਾਸਤੇ ਭੱਜਿਆ ਕਿਉਂ। ਕੋਈ ਮੈਂਟਲ ਨਹੀਂ ਗਾ, ਕੋਈ ਮੰਦਬੁੱਧੀ ਨਹੀਂ ਗਾ, ਕੋਈ ਗੱਲ ਨਹੀਂ। ਬਿਲਕੁਲ ਤੇਜ਼ ਬੜਾ ਬੰਦਾ ਸੀ ਜਿਹਨੇ ਇਹ ਕੰਮ ਕੀਤਾ, ਫੜਿਆ ਗਿਆ ਮੌਕੇ 'ਤੇ। ਨਹੀਂ ਤੇ ਕੱਲ੍ਹ ਨੂੰ ਜੇ ਨਾ ਪਿੰਡ ਵਾਲੇ ਹਿੰਮਤ ਕਰਦੇ ਤੇ ਗ੍ਰੰਥੀ ਸਿੰਘ ਨਾ ਹਿੰਮਤ ਕਰਦੇ, ਅੱਜ ਤੱਕ ਲੱਭਣਾ ਨਹੀਂ। ਦੇਖੋ, ਸਿੱਖ ਜਥੇਬੰਦੀਆਂ ਦੇ ਵਿਚਾਰੀਆਂ ਕਦਮ ਚੁੱਕਦੀਆਂ ਨੇ ਤੇ ਚੁੱਕਦੀਆਂ ਰਹੀਆਂ ਤੇ ਚੁੱਕਣਗੀਆਂ ਵੀ, ਪਰ ਗੱਲ ਇਹ ਆ ਕਿ ਜਿਹੜਾ ਵੀ ਦੋਸ਼ੀ ਫੜਿਆ ਜਾਂਦਾ ਉਹਦੇ ਤੋਂ ਅਸਲੀਅਤ ਪੈਦਾ ਕਰਨੀ, ਇਹ ਤਾਂ ਪ੍ਰਸ਼ਾਸਨ ਦਾ ਕੰਮ ਆ। ਜਾਂ ਫਿਰ ਪ੍ਰਸ਼ਾਸਨ ਜਿਹੜਾ ਉਹ ਸੰਗਤ ਦੇ ਹਵਾਲੇ ਕਰ ਦੇਣ, ਫਿਰ ਸੰਗਤ ਸਿੱਖੀ ਰਵਾਇਤਾਂ ਦੇ ਮੁਤਾਬਕ ਉਹਨੂੰ ਸਜ਼ਾ ਦੇਊਗੀ। ਜੇ ਸਜ਼ਾ ਨਹੀਂ ਦੇ ਸਕਦੇ, ਫਿਰ ਸਿੱਖਾਂ ਨੂੰ ਤਾਂ ਰਵਾਇਤਾਂ ਦੇ ਮੁਤਾਬਕ ਸਜ਼ਾ ਦੇਣੀ ਆਉਂਦੀ ਹੈ, ਫਿਰ ਸਿੱਖਾਂ ਦੇ ਹਵਾਲੇ ਕਰ ਦੇਣ। ਸਿੱਖਾਂ ਦਾ ਮੁਲਜ਼ਮ ਚੰਦੂ ਨੂੰ ਵੀ ਤਾਂ ਪੇਸ਼ ਕੀਤਾ ਸੀ ਗੁਰੂ ਸਾਹਿਬ ਦੇ, ਉਹਨਾਂ ਕੇ ਵੀ ਲਓ ਤੁਹਾਡਾ ਦੋਸ਼ੀ, ਇਹਨੂੰ ਸਜ਼ਾ ਦੇ ਲਓ। ਜੇ ਸਰਕਾਰ ਦੇ ਹੱਥ ਖੜੇ ਨੇ, ਪ੍ਰਸ਼ਾਸਨ ਦੇ ਹੱਥ ਖੜੇ ਨੇ, ਤੇ ਸਿੱਖ ਤਾਂ ਫਿਰ ਵੀ ਜ਼ਾਬਤੇ ਦੇ ਵਿੱਚ ਨੇ, ਅੱਜ ਵੀ ਜ਼ਾਬਤੇ ਦੇ ਵਿੱਚ ਨੇ। ਆਪਾਂ ਕਿਉਂ ਸਿੱਖਾਂ ਦਾ ਸਬਰ ਪਰਖਦੇ ਹਾਂ? ਕੀ ਆਪਾਂ ਪੰਜਾਬ ਦੇ ਵਿੱਚ ਮਾਰਾ ਮਰਾਈ ਚਾਹੁੰਦੇ ਹਾਂ? ਕੀ ਆਪਾਂ ਪੰਜਾਬ ਦੇ ਵਿੱਚ ਖੂਨ ਖਰਾਬਾ ਚਾਹੁੰਦੇ ਹਾਂ? ਕੀ ਆਪਾਂ ਪੰਜਾਬ ਦੇ ਹਾਲਾਤ ਖਰਾਬ ਕਰਨੇ ਚਾਹੁੰਦੇ ਹਾਂ? ਕੀ ਪੰਜਾਬ ਦੇ ਵਿੱਚ ਅੱਗੇ ਬਹੁਤ ਕੁਝ ਖਰਾਬ ਨਹੀਂ ਹੋਇਆ? ਇਹ ਤਾਂ ਜ਼ਿੰਮੇਵਾਰ ਕੌਣ? ਤੁਸੀਂ ਮੁੜ ਘੁੜ ਕੇ ਸਿੱਖਾਂ ਦੇ ਉੱਤੇ ਆ ਕੇ ਇਲਜ਼ਾਮ ਲਾ ਕੇ ਉਹਨਾਂ ਨੂੰ ਬਦਨਾਮ ਕਰਕੇ ਦੁਨੀਆ ਵਿੱਚ, ਮੀਡੀਆ ਦੇ ਵਿੱਚ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਤੁਸੀਂ ਬਦਨਾਮ ਕਰਤਾ ਸਾਨੂੰ। ਪਰ ਅਸੀਂ ਤਾਂ ਵਫਾਦਾਰ ਲੋਕ ਹਾਂ, ਅਸੀਂ ਤਾਂ ਹਰ ਥਾਂ ਦੇ ਉੱਤੇ ਹਰ ਬੰਦੇ ਦੇ ਕੰਮ ਆਉਣ ਵਾਲੇ, ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ। ਤੁਸੀਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਮਗਰ ਕਿਉਂ ਲੱਗੇ ਹੋ? ਕੀ ਤੁਸੀਂ ਇਸ ਤਰ੍ਹਾਂ ਕਰਕੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਲਓਗੇ? ਬਿਲਕੁਲ ਤੁਹਾਡੀ ਗਲਤਫਹਿਮੀ। ਮੈਂ ਏਜੰਸੀਆਂ ਨੂੰ ਕਹਿਣਾ ਚਾਹੁੰਦਾ, ਤੁਹਾਡੀ ਗਲਤਫਹਿਮੀ ਆ। ਸਿੱਖ ਤਾਂ ਗੁਰੂ ਨਾਲੋਂ ਉਦੋਂ ਨਹੀਂ ਟੁੱਟਿਆ ਜਦੋਂ ਜੰਗਲਾਂ ਦੇ ਵਿੱਚ ਸੀਗਾ, ਜਦੋਂ ਇਹ ਸਿੱਖ ਨੂੰ ਸਿੱਖ ਹੀ ਨਹੀਂ ਸੀ ਮਿਲਦਾ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ। ਸਿੱਖ ਤਾਂ ਉਦੋਂ ਨਹੀਂ ਟੁੱਟਿਆ। ਸਿੱਖ ਦਾ ਸਿਰ ਤੇ ਗੁਰੂ ਦਾ ਸਿਰ ਇੱਕੋ ਹੀ ਆ। ਇਹ ਮਤ ਕਿਸੇ ਨੂੰ ਭੁਲੇਖਾ ਹੋਵੇ ਵੀ ਸਿੱਖ ਗੁਰੂ ਤੋਂ ਪਿੱਛੇ ਹਟ ਜਾਣਗੇ ਜਾਂ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਨੂੰ ਹਟ ਜਾਣਗੇ, ਐਸੀ ਗੱਲ ਕੁਝ ਨਹੀਂ ਹੋਣੀ। ਪਰ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਇਨਸਾਫ ਤਾਂ ਸਾਨੂੰ ਚਾਹੀਦਾ ਨਾ। ਬਹੁਤ ਦੁਖਦਾਈ ਘਟਨਾ ਹੈ ਕਿ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਹੋਵੇ, ਜਿਹਨੂੰ ਦੁਨੀਆ ਨਮਸਕਾਰ ਕਰਨ ਆਉਂਦੀ ਹੈ, ਉਸ ਸਾਹਿਬਜ਼ਾਦਿਆਂ ਦੇ ਨਾਂ 'ਤੇ ਬਣੇ ਜ਼ਿਲ੍ਹੇ ਦੇ ਵਿੱਚ ਤੀਜੀ ਦੁਖਦਾਈ ਘਟਨਾ ਹੈ ਗੁਰੂ ਗ੍ਰੰਥ ਸਾਹਿਬ ਦੀ। ਤੂਰਾਂ ਤੋਂ ਸ਼ੁਰੂ ਹੋ ਕੇ ਜੱਲਾ ਆ ਗਿਆ, ਤਖਾਣ ਮਾਜਰਾ ਆ ਗਿਆ, ਇੱਥੇ ਦੂਸਰੀ ਦਫਾ ਹੋਈ। ਪਹਿਲਾਂ ਭੰਡਿਆਰਾਂ ਵਾਲੇ ਦੇ ਸਮੇਂ ਹੋਈ ਤੇ ਹੁਣ ਹੋਈ। ਪਰ ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਦੇ ਹੁੰਦੇ ਬਰਗਾੜੀ ਹੋਈ, ਬੇਅਦਬੀ ਹੁੰਦੀਆਂ ਰਹੀਆਂ। ਅਸੀਂ ਠੋਕ ਕੇ ਲੜਾਈ ਲੜੀ
ਲੋਕਾਂ 'ਚ ਜਨਤਕ ਕੀਤਾ। ਸਿੰਘ ਸਾਹਿਬ ਜਿਹੜੇ ਭਾਈ ਧਿਆਨ ਸਿੰਘ ਮੰਡ ਆਏ ਨੇ, ਇਹਨਾਂ ਨੇ ਮੋਰਚਾ ਲਾ ਕੇ ਸਾਰਿਆਂ ਦੇ ਸਹਿਯੋਗ ਨਾਲ, ਦੂਜੇ ਸਿੰਘ ਸਾਹਿਬਾਨਾਂ ਦੇ ਜਥੇਬੰਦੀਆਂ ਦੇ ਮੋਰਚਾ ਲਾ ਕੇ ਇੱਥੇ ਕਰਤਾ ਕਿ ਸਾਰੇ ਲੋਕ ਜਨਤਕ ਨੰਗੇ ਕਰਕੇ ਦੇਤੇ। ਉਦੋਂ ਜਿਹੜੀ ਸਰਕਾਰ ਅੱਜ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਇਹ ਸਰਕਾਰ ਸਾਡੇ ਨਾਲ ਜ਼ਬਾਨ ਕਰਕੇ ਆਈ ਵੀ ਜਿਹੜੇ ਲੋਕ ਇਹ ਬੇਅਦਬੀਆਂ ਕਰਾਉਂਦੇ ਨੇ ਉਹਨਾਂ ਦੀਆਂ ਕਿਹੜੇ ਸਿਆਸੀ ਲੋਕਾਂ ਦੇ ਘਰਾਂ ਪੈੜਾਂ ਜਾਂਦੀਆਂ ਨੇ ਮੈਨੂੰ ਪਤਾ ਹੈ। ਪਰ ਬੜਾ ਦੁੱਖ ਹੈ, ਰੋਣ ਆਉਂਦਾ ਹੈ ਕਿ ਨਾ ਤਾਂ ਉਦੋਂ ਬਾਦਲ ਕੇ ਬਰਗਾੜੀ ਆ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਜਿੱਥੋਂ ਤਾਕਤ ਲੈ ਕੇ ਇਹ ਰਾਜ ਭਾਗ ਤੇ ਆਉਂਦੇ ਨੇ, ਨਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ। ਕਿੱਡੀ ਗੱਲ ਹੈ, ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਸਾਲ ਸਵਾ ਸਾਲ ਰਹਿ ਗਿਆ। ਉਹਨਾਂ ਨੂੰ ਦੁੱਖ ਹੀ ਨਹੀਂ ਲੱਗਿਆ ਇਹ ਗੱਲ ਦਾ ਕਿ ਮੇਰੇ ਸਾਹਿਬਜ਼ਾਦਿਆਂ ਦੇ ਜ਼ਿਲ੍ਹੇ ਦੇ ਵਿੱਚ ਐਡੀ ਦੁੱਖਦਾਈ ਘਟਨਾ ਵਾਪਰੀ ਹੈ, ਪਰ ਸਾਡੀ ਸਰਕਾਰ ਸੁੱਤੀ ਪਈ ਹੈ, ਪਤਾ ਨਹੀਂ ਕੀ ਕਰਦੀ ਹੈ। ਪ੍ਰਸ਼ਾਸਨ ਤਾਂ ਛਾਲਾ ਮਾਰਦਾ ਫਿਰੂਗਾ ਅੱਜ ਤੱਕ ਰਿਜ਼ਲਟ ਦੇਣ ਦਾ ਵੀ ਇਹਦੇ ਪਿੱਛੇ ਕੌਣ ਨੇ ਮੁੰਡੇ ਦੇ। ਮੁੰਡਾ ਤਾਂ ਨੰਗਾ ਕਰਤਾ ਨਾ ਪੁਲਿਸ ਨੇ ਵੀ ਕਿੱਥੋਂ ਦਾ ਕੀ ਹੈ ਕੀ ਨਹੀਂ। ਹੁਣ ਆਪਾਂ ਇਹੀ ਲੱਭਣਾ ਚਾਹੁੰਦੇ ਹਾਂ ਕਿ ਇਹਦੀ ਬਾਈਕ ਤੇ ਕੌਣ ਹੈ, ਕਿਹੜਾ ਹੋ ਸਕਦਾ ਹੈ। ਉਹ ਬਾਈਕ ਤੇ ਲਿਆਉਣ ਦੇ ਲਈ ਮੁੱਖ ਮੰਤਰੀ ਸਾਹਿਬ ਲੈ ਲਓ ਪਾਸਾ। ਜੇ ਤੁਸੀਂ ਪਾਸਾ ਲਾਓਗੇ ਤਾਂ ਲੋਕ ਤੁਹਾਡਾ ਸਤਿਕਾਰ ਵਧੂਗਾ। ਤੁਹਾਡਾ 'ਚ ਸਾਹਿਬਜ਼ਾਦਿਆਂ ਦੀ ਧਰਤੀ ਤੇ ਆ ਕੇ ਪ੍ਰਸ਼ਾਸਨ ਨੂੰ ਪੁੱਛੋ ਕੀ ਹੋਇਆ। ਜੇ ਤੁਸੀਂ ਇਹ ਗੱਲ ਨਹੀਂ ਕਰਦੇ, ਤੁਸੀਂ ਹਾਸਰੇ ਦੇਖ ਲਿਓ ਬਾਦਲਾਂ ਦਾ ਅੱਜ ਕੀ ਹੈ। ਵਿਰੋਧੀ ਧਿਰ 'ਚ ਨਹੀਂ ਆਉਣ ਦਿੱਤੇ। ਖਾਲਸਾ ਪੰਥ ਜਿਹੜਾ ਜੇ ਨਹੀਂ ਨਿਮਰਤਾ ਦੇ ਸਤਿਕਾਰ ਨਾਲ ਜਿਹੜਾ ਗੁਰੂ ਤੋਂ ਟੁੱਟ ਕੇ ਜਾਂਦਾ, ਉਹਦਾ ਹਾਸਰ ਇਹੀ ਹੁੰਦਾ ਹੈ। ਬੇਅਦਬੀਆਂ ਹੋਣ ਦਾ ਕਾਰਨ ਵੀ ਇਹੀ ਹੈ ਕਿ ਸਾਡੀਆਂ ਸਰਕਾਰਾਂ ਸੁੱਤੀਆਂ ਰਹਿੰਦੀਆਂ ਨੇ, ਪਤਾ ਨਹੀਂ ਹੋਰ ਕੰਮਕਾਰ ਕਰਦੇ ਰਹਿੰਦੇ ਨੇ। ਗੁਰੂ ਵੱਲ ਕਿਉਂ ਨਹੀਂ ਧਿਆਨ ਹੈ ਜਿੱਥੋਂ ਅਸੀਂ ਤਾਕਤ ਲੈਂਦੇ। ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ ਜੋ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਤੀਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਘਟਨਾ ਹੈ। ਪਹਿਲਾਂ ਤੂਰਾ ਨਗਰ ਦੇ ਵਿੱਚ ਹੋਈ, ਫਿਰ ਜੱਲੇ ਨਗਰ 'ਚ ਹੋਈ, ਫਿਰ ਤਰਖਾਣ ਮਾਜਰੇ ਹੋਈ। ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਬੰਦੇ ਨੂੰ ਇਹਨੂੰ ਵੀ ਪਾਗਲ ਕਿਹਾ ਜਾ ਰਿਹਾ। ਜਿੰਨੇ ਵੀ ਬੰਦਿਆਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਸਾਰਿਆਂ ਨੂੰ ਪਾਗਲ ਕਿਹਾ ਜਾ ਰਿਹਾ। ਫਤਿਹਗੜ੍ਹ ਸਾਹਿਬ ਦੀ ਇਹ ਮਹਿੰਗੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਦੀਵਾਰਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣ ਕੇ ਸ਼ਹੀਦ ਕੀਤਾ ਗਿਆ। ਤੇ ਉਹ ਧਰਤੀ ਦੇ ਉੱਤੇ ਅੱਜ ਇਹੋ ਜਿਹੇ ਦੁਖਦਾਈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਸਰਕਾਰ ਨੂੰ ਚਾਹੀਦਾ ਸਾਰੀਆਂ ਸੰਗਤਾਂ ਦੀ, ਸਾਰੇ ਸਿੱਖ ਪੰਥ ਦੀ ਇਹ ਸਰਕਾਰ ਨੂੰ ਕਹਿਣਾ ਹੈ ਕਿ ਇਹੋ ਜਿਹੀ ਸਰਕਾਰ ਦੇ ਵਿੱਚ ਸਾਨੂੰ ਇਹੋ ਜਿਹੀ ਸਰਕਾਰ ਨਹੀਂ ਚਾਹੀਦੀ ਜਿਹੜੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਵੇ। ਤੇ ਜਿੰਨੀਆਂ ਵੀ ਇਹ ਘਟਨਾ ਦੇ ਪਿੱਛੇ ਜੋ ਭਾਵੇਂ ਏਜੰਸੀਆਂ ਨੇ, ਭਾਵੇਂ ਕੋਈ ਵੀ ਲੋਕ ਨੇ, ਉਹਨਾਂ ਲੋਕਾਂ ਦੀ ਤਹਿ ਤੱਕ ਜਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇਹੋ ਜਿਹੀ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਪਿੰਡ ਤਰਖਾਣ ਮਾਜਰੇ ਜਿਹੜੇ ਸਰਬੱਤ ਖਾਲਸੇ ਵੱਲੋਂ ਚੁਣੇ ਗਏ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਦੇ ਨਾਲ ਪਹੁੰਚੇ ਹਾਂ। ਤੇ ਕਾਰਨ ਕੀ ਹੈ, ਸਾਡੇ ਸਿੰਘ ਸਾਹਿਬ ਜਿਵੇਂ ਭਾਈ ਧਿਆਨ ਸਿੰਘ ਜੀ ਮੰਡ ਆਏ ਨੇ, ਇਹਨਾਂ ਦਾ ਫਰਜ਼ ਬਣਦਾ ਜਿਵੇਂ ਆਏ ਨੇ, ਪਰ ਬਾਕੀ ਜਿਹੜੇ ਜਥੇਦਾਰ ਨੇ ਜਿਹੜੇ ਬਾਦਲ ਦੀਆਂ ਉਹਨਾਂ ਵਿੱਚੋਂ ਨਿਕਲੇ ਨੇ ਉਹ ਕਿਉਂ ਨਹੀਂ ਆਉਂਦੇ ਇੱਥੇ। ਆਹ ਜਿਹੜਾ ਨੌਜਵਾਨ ਹੈ ਜਿਹਨੇ ਬਹਾਦਰੀ ਦਿਖਾਈ ਹੈ, ਕਾਰਨ ਕੀ ਹੈ, ਜਿਵੇਂ ਕਹਿੰਦੇ ਸੀ ਭਾਈ ਬਚਿੱਤਰ ਸਿੰਘ ਦਾ ਕੱਦ ਘੱਟ ਹੈ, ਬੇਸ਼ੱਕ ਕੱਦ ਇਹਨਾਂ ਦਾ ਛੋਟਾ ਹੈ, ਪਰ ਇਹਨਾਂ ਨੇ ਬਹਾਦਰੀ ਉਹੀ ਜੀ ਦਿਖਾ ਕੇ ਉਹ ਮੁਰਜੂ ਨੂੰ ਫੜਿਆ ਗਿਆ। ਤੇ ਕਾਰਨ ਕੀ ਹੈ, ਹੁਣ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਉਹਨੂੰ ਸਖਤ ਤੋਂ ਸਖਤ ਫਾਂਸੀ ਦੇਈ ਜਾਵੇ ਜੀ, ਜਿਹੜੀ ਉਹ ਸਜ਼ਾ ਦੇ ਕੇ ਸਾਡੇ ਜਿਹੜੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ ਉਹਨਾਂ ਨੂੰ ਠੰਡਾ ਕੀਤਾ ਜਾਵੇ, ਸ਼ਾਂਤ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਪੰਜਾਬ 'ਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਲੱਗਦਾ ਹੈ ਕਿ ਕੇਂਦਰ ਸਰਕਾਰ ਖਿਲਾਫ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਧਰਨੇ ਨੂੰ ਵੰਡਾਉਣ ਲਈ ਇੱਕ ਸਾਜ਼ਿਸ਼ ਤਹਿਤ ਬੇਅਦਬੀਆਂ ਕਰਵਾਈਆਂ ਜਾ ਰਹੀਆਂ ਨੇ। ਪਰ ਅਸਲ ਸੱਚ ਤਾਂ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।